ਸਟੂਡੈਂਟਸ ਜਿਵੇਂ ਕਿ ਤੁਹਾਨੂੰ ਪਤਾ ਬੇਟਾ ਆਪਾਂ ਕਿ ਆਪਣੀ 4th ਸਟੋਰੀ ਆ ਸਟਰੀਟ ਸੀਨ ਸ਼ੁਰੂ ਕੀਤੀ ਹੋਈ ਹੈ। ਅਸੀਂ ਇਸ ਦਾ ਪਹਿਲਾ ਪਾਰਟ ਕਰ ਚੁੱਕੇ, ਆਲਮੋਸਟ ਹਾਫ ਜਿਹੜੀ ਸਟੋਰੀ ਹੈ ਅਸੀਂ ਕੱਲ ਕਵਰ ਕਰ ਲਈ ਸੀ। ਇਹ ਆ ਸਟਰੀਟ ਸੀਨ ਜਿਹੜੀ ਹੈ ਚਾਰਲਸ ਡਿਕਨਸ ਦੀ ਲਿਖੀ ਹੋਈ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਤੁਹਾਡੀ ਐਸੇਜ਼ ਐਂਡ ਸਟੋਰੀਜ਼ ਵਾਲੀ ਜਿਹੜੀ ਬੁੱਕ ਹੈ ਉਸਦੇ ਪੇਜ ਨੰਬਰ 10 to 12 ਦੇ ਵਿੱਚ ਤੁਹਾਨੂੰ ਇਹਦਾ ਟੈਕਸਟ ਮਿਲ ਜਾਂਦਾ ਹੈ ਤੇ 79 to 80 ਦੇ ਵਿੱਚ ਤੁਹਾਨੂੰ ਇਹਦੇ ਨੋਟਸ ਮਿਲ ਜਾਂਦੇ ਆ। ਤਾਂ ਕੱਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਸਟਰੀਟ ਸੀਨ ਦਾ ਇਹ ਸਾਰਾ ਜਿਹੜਾ ਟੈਕਸਟ ਇਹ ਪੜ੍ਹ ਚੁੱਕੇ ਹਾਂ ਆਪਾਂ। ਮੈਂ ਤੁਹਾਨੂੰ ਕਾਫੀ ਡਿਟੇਲ ਦੇ ਵਿੱਚ ਇਹ ਸਮਝਾਇਆ ਸੀ। ਉਮੀਦ ਹੈ ਕਿ ਤੁਸੀਂ ਇਹ ਟੈਕਸਟ ਜ਼ਰੂਰ ਸਮਝਿਆ ਹੋਏਗਾ ਮੇਰੇ ਤੋਂ, ਤੇ ਜਿਹੜੇ ਮੈਂ 3-4 ਕੁਐਸਚਨਸ ਨਾਲ ਕਰਵਾਏ ਨੇ ਉਹ ਵੀ ਤੁਸੀਂ ਸਮਝ ਲਏ ਹੋਣਗੇ ਤੇ ਆਪਣੀਆਂ ਨੋਟਬੁੱਕਸ ਤੇ ਕਵਰ ਕਰ ਲਏ ਹੋਣਗੇ ਤੇ ਗਲੋਸਰੀ ਵੀ ਤੁਸੀਂ ਨੋਟ ਕਰ ਲਈ ਹੋਏਗੀ। ਹੁਣ ਅਸੀਂ ਅੱਗੇ ਆਪਣੀ ਸਟਾਰਟ ਕਰਦੇ ਹਾਂ। ਤਾਂ ਜੇਕਰ ਕਿਸੇ ਸਟੂਡੈਂਟ ਦਾ ਇਹ ਵਾਲਾ ਪਾਰਟ ਰਹਿ ਚੁੱਕਿਆ ਤਾਂ ਬੜਾ ਜ਼ਰੂਰੀ ਹੈ ਕਿ ਉਹ ਇਸ ਫਸਟ ਪਾਰਟ ਨੂੰ ਜ਼ਰੂਰ ਧਿਆਨ ਨਾਲ ਦੇਖੇ, ਸਮਝੇ, ਤਾਂ ਹੀ ਇਹ ਸੈਕਿੰਡ ਪਾਰਟ ਸਮਝਣ ਦਾ ਫਾਇਦਾ ਹੈ। ਚਲੋ ਅੱਜ ਤੁਸੀਂ ਹੁਣ ਕਲਾਸ ਅਟੈਂਡ ਕਰੋ ਤਾਂ ਅੱਗੇ ਅਸੀਂ ਸਟਾਰਟ ਕਰਦੇ ਹਾਂ ਜੀ। ਕਹਿੰਦੇ ਆ ਟਾਲ ਮੈਨ ਡਿਪਡ ਹਿਸ ਫਿੰਗਰ ਇਨ ਸਮ ਮਡ ਮੇਡ ਰੈਡ ਵਿਦ ਵਾਈਨ ਐਂਡ ਰੋਟ ਔਨ ਦਾ ਵਾਲ 5 ਬਿਗ ਲੈਟਰਸ ਬਲੱਡ। ਹੁਣ ਅਸੀਂ ਇਹ ਦੇਖਿਆ ਕਿ ਇੱਕ ਸੇਂਟ ਐਂਟਵਾਈਨ ਨਾਂ ਦੀ ਇੱਕ ਸਟਰੀਟ ਹੈ ਪੈਰਿਸ ਦੇ ਵਿੱਚ, ਜਿੱਥੇ ਸਾਰਾ ਡਰਾਮਾ ਹੋਇਆ। ਇੱਕ ਬਹੁਤ ਵੱਡਾ ਵਾਈਨ ਦਾ ਢੋਲ ਗਿਰ ਗਿਆ ਕਾਰਟ ਚੋਂ, ਠੇਲੇ ਚੋਂ ਟੁੱਟ ਗਿਆ ਤੇ ਉਹਦੇ ਨਾਲ ਸਾਰੀ ਵਾਈਨ ਉਸ ਸਟਰੀਟ ਦੇ ਵਿੱਚ ਫੈਲ ਗਈ। ਨੈਰੋ ਜੀ ਸਟਰੀਟ ਹੈ, ਤੰਗ ਜੀ ਗਲੀ ਹੈ। ਹੁਣ ਲੋਕੀ ਉੱਥੇ ਬਹੁਤ ਹੀ ਗਰੀਬ ਰਹਿੰਦੇ ਨੇ। ਸਾਰੇ ਜਣੇ ਆ ਕੇ ਆਪਣੇ ਆਪਣੇ ਮੈਥਡ ਦੇ ਨਾਲ ਉਹ ਵਾਈਨ ਪੀਣ ਲੱਗੇ। ਕਿਸੇ ਨੇ ਵਾਈਨ ਨੂੰ ਲਿਕ ਵੀ ਕੀਤਾ ਤੇ ਕਿਸੇ ਨੇ ਆਪਣੇ ਹੈਂਕਰਚੀਫ ਦੇ ਵਿੱਚ ਡਿਪ ਕਰਕੇ ਉਸ ਨੂੰ ਸਕਵੀਜ਼ ਕੀਤਾ। ਤਾਂ ਅਸੀਂ ਇਹ ਸਾਰਾ ਕੱਲ ਜਿਹੜੀ ਇਹ ਸਟੋਰੀ ਪੜ੍ਹ ਚੁੱਕੇ। ਉਸ ਤੋਂ ਬਾਅਦ ਜਦੋਂ ਸਾਰੀ ਵਾਈਨ ਖਤਮ ਹੋ ਗਈ, ਅੱਛਾ ਵਾਈਨ ਜਦੋਂ ਪੀ ਰਹੇ ਸੀ ਉਸ ਟਾਈਮ ਤਾਂ ਉਹ ਸੈਲੀਬ੍ਰੇਸ਼ਨ ਵੀ ਕਰ ਰਹੇ ਸੀ, ਕੋਈ ਨੱਚ ਰਿਹਾ ਸੀ, ਗਾ ਰਿਹਾ ਸੀ, ਆਦਮੀ ਔਰਤਾਂ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਨੱਚ ਰਹੇ ਸੀ। ਤੇ ਜਦੋਂ ਵਾਈਨ ਖਤਮ ਹੋ ਗਈ ਤਾਂ ਸਾਰੇ ਆਪਣੇ ਆਪਣੇ ਕੰਮਾਂ 'ਚ ਵਾਪਸ ਚਲੇ ਗਏ। ਤਾਂ ਇੱਕ ਲੰਬਾ ਆਦਮੀ, ਅ ਟਾਲ ਮੈਨ, ਉਹਨੇ ਆਪਣੀ ਫਿੰਗਰ ਮੱਡ ਦੇ ਵਿੱਚ, ਜਿਹੜਾ ਉੱਥੇ ਚਿੱਕੜ ਹੋ ਗਿਆ ਸੀ ਵਾਈਨ ਦੇ ਨਾਲ ਤੇ ਮਿੱਟੀ ਦੇ ਨਾਲ, ਤਾਂ ਉਸ ਦੇ ਵਿੱਚ ਆਪਣੀ ਉਸਨੇ ਫਿੰਗਰ, ਆਪਣੀ ਉਂਗਲੀ ਡਿਪ ਕੀਤੀ, ਡੁਬੋਈ, ਅਤੇ ਉਸਨੇ ਇਸ ਤਰੀਕੇ ਦੇ ਨਾਲ ਵਾਈਨ ਜਿਹੜੀ ਰੈੱਡ ਸੀ, ਮੇਡ ਰੈੱਡ ਵਿਦ ਵਾਈਨ, ਅਤੇ ਉਸਨੇ ਆਪਣੀ ਉਂਗਲੀ ਨੂੰ ਵਾਈਨ ਦੇ ਨਾਲ ਰੈੱਡ ਕਰ ਲਿਆ, ਕਿਉਂਕਿ ਵਾਈਨ ਤੁਹਾਨੂੰ ਪਤਾ ਬੇਟਾ ਰੈੱਡ ਕਲਰ ਦੀ ਹੁੰਦੀ ਹੈ। ਤਾਂ ਉਸਨੇ ਵਾਈਨ ਦੇ ਨਾਲ, ਤਾਂ ਫਿਰ ਉਸਨੇ ਕੀ ਕੀਤਾ, ਉਸ ਲੰਬੇ ਆਦਮੀ ਨੇ ਆਪਣੀ ਫਿੰਗਰ ਨੂੰ ਡਿਪ ਕੀਤਾ ਮੱਡ ਦੇ ਵਿੱਚ, ਜਿਸ ਦੇ ਨਾਲ ਉਸਦੀ ਫਿੰਗਰ ਜਿਹੜੀ ਵਾਈਨ ਦਾ ਰੈੱਡ ਕਲਰ ਹੁੰਦਾ ਉਸ ਦੇ ਨਾਲ ਉਹ ਰੈੱਡ ਹੋ ਗਈ। ਤੇ ਉਸਨੇ ਵਾਲ ਦੇ ਉੱਪਰ, ਦੀਵਾਰ ਦੇ ਉੱਪਰ 5 ਬਿਗ ਲੈਟਰਸ ਲਿਖੇ। ਲੈਟਰਸ ਤੁਹਾਨੂੰ ਪਤਾ ਹੈ ਆਪਾਂ ABC, ਇਹਨਾਂ ਨੂੰ ਆਪਾਂ ਲੈਟਰਸ ਕਹਿੰਦੇ ਆ, ਠੀਕ ਹੈ। ABCDFGH ਲੈਟਰਸ ਹੋ ਗਏ। ਤਾਂ ਉਸਨੇ 5 ਲੈਟਰਸ ਲਿਖੇ। ਤਾਂ ਕਿਹੜੇ ਲੈਟਰਸ ਲਿਖੇ? BLOOD, ਬਲੱਡ ਲਿਖੇ ਜੀ। ਬਲੱਡ ਵਰਡ ਲਿਖਿਆ। ਤੁਹਾਨੂੰ ਪਤਾ ਬਲੱਡ ਵਰਡ ਦੇ ਵਿੱਚ ਕਿੰਨੇ ਲੈਟਰਸ ਹੁੰਦੇ ਆ? 5 ਲੈਟਰਸ ਹੁੰਦੇ ਆ, 1 2 3 4 5, ਠੀਕ ਹੈ। ਇਹ 5 ਲੈਟਰਸ ਉਸਨੇ ਵੱਡੇ ਵੱਡੇ ਕਰਕੇ, ਬਿਗ ਲੈਟਰ ਵੱਡੇ ਵੱਡੇ ਕਰਕੇ ਦੀਵਾਰ ਦੇ ਉੱਪਰ ਲਿਖੇ। ਬਲੱਡ ਦਾ ਮਤਲਬ ਤੁਹਾਨੂੰ ਪਤਾ ਹੁੰਦਾ ਖੂਨ। The time would come when blood would flow in the streets of Paris and would stain its stone red. ਹੁਣ ਦੇਖੋ ਇਹ ਜਿਹੜਾ ਉਸਨੇ ਇਹ ਲੈਟਰਸ ਲਿਖੇ, ਤਾਂ ਇਸ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਸਮਾਂ ਆਏਗਾ, ਦਾ ਟਾਈਮ ਵੁੱਡ ਕਮ, ਸਮਾਂ ਆਏਗਾ ਜਦੋਂ ਜਿਹੜਾ ਬਲੱਡ ਹੈ, ਖੂਨ, ਪੈਰਿਸ ਦੀਆਂ ਗਲੀਆਂ ਦੇ ਵਿੱਚ ਵਹੇਗਾ। ਵੁੱਡ ਫਲੋ, ਪੈਰਿਸ ਦੀਆਂ ਗਲੀਆਂ ਵਿੱਚ ਵਹੇਗਾ, ਅਤੇ ਇਸ ਨਾਲ ਜਿਹੜੇ ਪੈਰਿਸ ਦੀਆਂ ਗਲੀਆਂ ਦੇ ਜਿਹੜੇ ਪੱਥਰ ਨੇ, ਪੱਥਰਾਂ ਦੀ ਬਣੀ ਹੋਈ ਹੈ ਨਾ ਗਲੀ, ਤਾਂ ਉਸ ਦੇ ਨਾਲ, ਉਹ ਬਲੱਡ ਦੇ ਨਾਲ ਉਹ ਲਾਲ ਹੋ ਜਾਏਗੀ, ਉਹ ਦਾਗਦਾਰ ਹੋ ਜਾਏਗੀ। ਕਿਸ ਤਰ੍ਹਾਂ ਲਾਲ ਹੋ ਜਾਏਗੀ? ਇੰਨਾ ਜ਼ਿਆਦਾ ਬਲੱਡ ਵਹੇਗਾ। ਤਾਂ ਹੁਣ ਇਹ ਗੱਲ ਦੇਖਣ ਵਾਲੀ ਹੈ ਕਿ ਇਹ ਜਿਹੜਾ ਇੰਸੀਡੈਂਟ ਹੋਇਆ, ਜਿਹੜਾ ਇਹ ਸਾਰਾ ਡਰਾਮਾ ਹੋਇਆ ਕਿ ਲਾਲ ਰੰਗ ਦੀ ਸ਼ਰਾਬ ਡੁੱਲ ਗਈ ਪੈਰਿਸ ਦੀਆਂ ਸੜਕਾਂ ਤੇ ਉਸ ਤੋਂ ਬਾਅਦ ਲੋਕਾਂ ਨੇ ਬੜਾ ਸੈਲੀਬ੍ਰੇਸ਼ਨ ਕੀਤੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਨੇ ਬੇਟਾ, ਇਹ ਆਉਣ ਵਾਲੇ ਟਾਈਮ ਦਾ ਸੂਚਕ ਸੀਗੀਆਂ। ਤੁਹਾਨੂੰ ਮੈਂ ਦੱਸਿਆ ਸੀ ਜਦੋਂ ਆਪਾਂ ਕੱਲ ਚੈਪਟਰ ਸਟਾਰਟ ਕੀਤਾ ਸੀ, ਤਾਂ ਮੈਂ ਤੁਹਾਨੂੰ ਇਹ ਗੱਲ ਦੱਸੀ ਸੀ ਗੱਲ ਕਿ ਇਹ ਫ੍ਰੈਂਚ ਰੈਵੋਲੂਸ਼ਨ, ਪਹਿਲੇ ਜਿਹੜਾ ਸਾਡਾ ਇੰਟਰੋਡਕਟਰੀ ਪੈਰਾ ਹੈ, ਫ੍ਰੈਂਚ ਰੈਵੋਲੂਸ਼ਨ ਜਿਹੜੀ 1789 ਦੇ ਵਿੱਚ ਹੋਈ ਸੀ, ਤਾਂ ਬਹੁਤ ਜ਼ਿਆਦਾ ਮਾਰਕਾਟ ਹੋਈ ਸੀ। ਲੋਕਾਂ ਨੇ ਇੱਕ ਦੂਜੇ ਨੂੰ ਮਾਰਿਆ, ਬੜਾ ਖੂਨ ਖਰਾਬਾ ਹੋਇਆ। ਤੇ ਐਵੇਂ ਹੋਇਆ, ਲੋਕਾਂ ਦਾ ਖੂਨ ਡੁੱਲਿਆ ਸੜਕਾਂ ਦੇ ਉੱਪਰ, ਗਲੀਆਂ ਦੇ ਵਿੱਚ। ਤਾਂ
ਚਾਰਲਸ ਡਿਕਨਸ ਨੇ ਜਿਹੜਾ ਇਹ ਆ ਟੇਲ ਆਫ ਟੂ ਸਿਟੀਜ਼ ਲਿਖਿਆ ਨਾ, ਇਹ ਫ੍ਰੈਂਚ ਰਿਵੋਲੂਸ਼ਨ ਦੇ ਬੇਸ ਲਿਖੀ ਹੋਈ ਹੈ। ਫ੍ਰੈਂਚ ਰੈਵੋਲੂਸ਼ਨ ਕਿਸ ਤਰ੍ਹਾਂ ਆਈ, ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਸੀ, ਤਾਂ ਇਹ ਤਰੀਕੇ ਦਾ ਉਹਨੇ ਨਾਵਲ ਲਿਖਿਆ ਸੀ। ਤਾਂ ਇਹ ਜਿਹੜਾ ਸਟਰੀਟ ਸੀਨ ਵਾਲਾ ਸਾਰਾ ਜਿਹੜੀ ਘਟਨਾ ਹੋਈ ਹੈ ਨਾ, ਇਹ ਆਉਣ ਵਾਲੇ ਸਮੇਂ ਦੇ ਬਾਰੇ ਗਿਆਤ ਕਰਾ ਰਹੀ ਸੀ ਕਿ ਹੁਣ ਤਾਂ ਦੇਖੋ ਸਿਰਫ ਵਾਈਨ ਡੁੱਲੀ ਹੈ ਜੋ ਰੈੱਡ ਕਲਰ ਦੀ ਹੈ, ਸ਼ਰਾਬ ਡੁੱਲੀ ਹੈ, ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਖੂਨ ਡੁੱਲੇਗਾ ਇਹਦੀ ਥਾਂ ਤੇ। ਤਾਂ ਆਹੀ ਚੀਜ਼ ਉਸ ਟਾਲ ਮੈਨ ਨੇ, ਉਸ ਲੰਬੇ ਬੰਦੇ ਨੇ ਦੀਵਾਰ ਦੇ ਉੱਪਰ ਇਹ 5 ਅੱਖਰ ਲਿਖੇ, 5 ਕਰੈਕਟਰਸ ਲਿਖੇ, BLOOD, ਬਲੱਡ। ਅੱਛਾ, ਇਹਦਾ ਬੇਟਾ ਇੱਕ ਕੁਐਸਚਨ ਵੀ ਬਣਦਾ, ਆਪਾਂ ਪਹਿਲਾਂ ਕਵਰ ਕਰ ਲੈਂਦੇ ਹਾਂ, ਬੜਾ ਇੰਪੋਰਟੈਂਟ ਕੁਐਸਚਨ ਬਣਦਾ ਇਹ ਸਾਡਾ ਸ਼ਾਰਟ ਆਂਸਰ ਟਾਈਪ ਕੁਐਸਚਨ ਬਣਦਾ ਹੈ। 4th ਕੁਐਸਚਨ ਹੈ ਕਿ ਵਟ ਡਿਡ ਦਾ ਟਾਲ ਮੈਨ ਰਾਈਟ ਔਨ ਦਾ ਵਾਲ ਵਿਦ ਰੈਡ ਮੈਡ। ਲੰਬੇ ਬੰਦੇ ਨੇ ਵਟ ਦਾ ਮਤਲਬ ਕੀ, ਰਾਈਟ ਲਿਖਿਆ, ਔਨ ਦਾ ਵਾਲ ਦੀਵਾਰ ਤੇ, ਵਿਦ ਰੈਡ ਮਡ ਉਸ ਲਾਲ ਚਿੱਕੜ ਦੇ ਨਾਲ, ਕਿਉਂਕਿ ਲਾਲ ਚਿੱਕੜ ਹੋ ਗਿਆ ਨਾ, ਵਾਈਨ ਗਿਰ ਗਈ ਉਹਦੇ ਉੱਪਰ, ਮਿੱਟੀ ਦੇ ਉੱਪਰ ਉਹ ਚਿੱਕੜ ਬਣ ਗਈ, ਤੇ ਉਹਦੇ ਨਾਲ ਉਹਨੇ ਉਂਗਲ ਡੁਬੋ ਕੇ ਆਪਣੀ ਵਾਲ ਦੇ ਉੱਪਰ ਇਹ 5 ਲੈਟਰਸ ਲਿਖੇ। ਕੀ ਲਿਖਿਆ? ਦੂਸਰਾ ਫਿਰ, ਡੂ ਯੂ ਸੀ ਐਨੀ ਸਿਗਨੀਫਿਕੈਂਸ ਇਨ ਦੈਟ। ਹੁਣ ਡੂ ਨਾਲ ਸਟਾਰਟ ਹੋ ਰਿਹਾ ਹੈ, ਡੂ ਇੱਕ ਹੈਲਪਿੰਗ ਵਰਬ ਹੈ ਕਿ ਇਹਦੇ ਵਿੱਚ ਸਾਨੂੰ ਇੱਕ ਤਰ੍ਹਾਂ ਯੈਸ ਔਰ ਨੋ ਦੇ ਵਿੱਚ ਆਨਸਰ ਪੁੱਛਿਆ ਜਾ ਰਿਹਾ ਕਿ ਕੀ ਤੁਸੀਂ ਇਸ ਦੇ ਵਿੱਚ ਕੋਈ ਖਾਸ ਚੀਜ਼, ਸਿਗਨੀਫਿਕੈਂਸ, ਕੋਈ ਤੁਹਾਨੂੰ ਖਾਸ ਚੀਜ਼ ਨਜ਼ਰ ਆਉਂਦੀ ਹੈ ਵੀ ਇਹ ਜਿਹੜਾ ਉਹਨੇ ਅੱਖਰ ਲਿਖੇ ਸੀ। ਤਾਂ ਆਪਾਂ ਹੁਣੀ ਬੇਟਾ ਕਰ ਚੁੱਕੇ ਕਿ ਬਿਲਕੁਲ ਨਜ਼ਰ ਆਉਂਦੀ ਹੈ, ਬਿਕੋਜ਼ ਇਹ ਆਉਣ ਵਾਲੇ ਸਮੇਂ ਦਾ ਸੂਚਕ ਸੀ ਕਿ ਪੈਰਿਸ ਦੀਆਂ ਸੜਕਾਂ ਦੇ ਵਿੱਚ ਆਉਣ ਵਾਲੇ ਟਾਈਮ 'ਚ ਹੋਣਾ ਕੀ ਸੀਗਾ। ਇਹ ਤਾਂ ਜਿਹੜਾ ਘਟਨਾ ਹੋਈ ਹੈ ਨਾ, ਇਹ ਤਾਂ 1789 ਤੋਂ ਪਹਿਲਾਂ ਦੀ ਘਟਨਾ ਹੈ, ਹੋ ਸਕਦਾ 88 ਦੀ ਹੋਵੇ, 87 ਦੀ ਹੋਵੇ। ਤਾਂ ਉਸ ਟਾਈਮ ਪੈਰਿਸ ਦੀ ਜਿਹੜੀ ਇੱਕ ਗਲੀ ਹੈ ਸੇਂਟ ਐਂਟਵਾਈਨ, ਉਹਦੇ ਵਿੱਚ ਇਹ ਵੱਡਾ ਸਾਰਾ ਪਿੱਪਾ ਸ਼ਰਾਬ ਦਾ, ਰੈੱਡ ਵਾਈਨ ਦਾ ਡੁੱਲਿਆ। ਤਾਂ ਇਸ ਤੋਂ ਤੁਹਾਨੂੰ ਕੁਝ ਪਤਾ ਲੱਗਦਾ, ਤਾਂ ਬਿਲਕੁਲ ਪਤਾ ਲੱਗਦਾ। ਤਾਂ ਇਸ ਦਾ ਆਨਸਰ ਤੁਸੀਂ ਬੇਟਾ ਆਹ ਵਾਲੇ ਪੈਰੇ ਨੂੰ ਲਿਖ ਸਕਦੇ ਹੋ, ਇਸ ਕੁਐਸਚਨ ਦਾ ਆਨਸਰ ਇਸ ਪੈਰੇ ਨੂੰ ਲਿਖ ਸਕਦੇ ਹੋ। ਹਾਲਾਂਕਿ ਇਸ ਨੂੰ ਮੈਂ ਸ਼ਾਰਟ ਕਰਕੇ ਥੋੜਾ ਜਿਹਾ ਸਿੰਪਲ ਲੈਂਗੁਏਜ ਦੇ ਵਿੱਚ ਮੈਂ ਤੁਹਾਡਾ ਆਨਸਰ, ਤੁਹਾਡੇ ਜਿਹੜਾ ਮੇਨ ਕੁਐਸਚਨ ਆਪਾਂ ਕਰਾਂਗੇ ਉਸ ਦੇ ਵਿੱਚ ਮੈਂ ਕਰ ਦੂੰਗਾ ਇਸ ਨੂੰ ਕਵਰ। ਅੱਗੇ ਜੀ, ਨਾਓ ਦੈਟ ਦਾ ਮੋਮੈਂਟਰੀ ਗਲੀਮ ਹੈਡ ਪਾਸਡ ਫਰੋਮ ਦਾ ਸਟਰੀਟ, ਸੈਡਨੈਸ ਅਪੀਅਰਡ ਦੇਅਰ ਵੰਸ ਅਗੇਨ। ਹੁਣ ਇਹ ਜਿਹੜਾ ਮੋਮੈਂਟਰੀ ਦਾ ਮਤਲਬ ਪਲ ਵਾਲਾ, ਮੋਮੈਂਟ ਤੋਂ ਮੋਮੈਂਟਰੀ ਬਣਦਾ ਹੈ ਨਾ, ਇੱਕ ਪਲ ਵਾਲੀ ਜਿਹੜੀ ਖੁਸ਼ੀ ਸੀ, ਗਲੀਮ, ਇਹ ਹੁਣ ਪਾਸ ਹੋ ਗਈ, ਖਤਮ ਹੋ ਗਈ ਫਰੋਮ ਦਾ ਸਟਰੀਟ, ਉਸ ਗਲੀ ਚੋਂ, ਕਿਉਂਕਿ ਬਹੁਤ ਸਾਰਾ ਨੱਚ ਗਾਣਾ ਹੋਇਆ ਉੱਥੇ, ਬਹੁਤ ਸਾਰੀ ਸੈਲੀਬ੍ਰੇਸ਼ਨ ਹੋਈ, ਤਾਂ ਉਹ ਹੁਣ ਉਹ ਬੰਦ ਹੋ ਗਈ ਉਹ। ਤੇ ਸੈਡਨੈਸ ਅਪੀਅਰਡ, ਹੁਣ ਉਹ ਉਦਾਸੀ ਫੇਰ ਇੱਕ ਵਾਰੀ ਵੰਸ ਅਗੇਨ ਫੇਰ ਛਾ ਗਈ ਸਾਰੇ ਲੋਕਾਂ ਤੇ। ਸ਼ਰਾਬ ਡੁੱਲੀ, ਲੋਕਾਂ ਨੇ ਸ਼ਰਾਬ ਪੀਤੀ, ਉਸ ਤੋਂ ਬਾਅਦ ਨੱਚੇ ਗਾਏ ਥੋੜੀ ਦੇਰ ਲਈ, 15 ਮਿੰਟ, 20 ਮਿੰਟ ਜਾਂ ਅੱਧਾ ਘੰਟਾ। ਉਸ ਤੋਂ ਬਾਅਦ ਜਦੋਂ ਸ਼ਰਾਬ ਖਤਮ ਹੋ ਗਈ, ਆਪਣੇ ਆਪਣੇ ਕੰਮਾਂ 'ਚ ਰੁੱਝ ਗਏ, ਤੇ ਉਹਨਾਂ ਨੂੰ ਉਵੇਂ ਦੁੱਖਾਂ ਦੇ ਵਿੱਚ ਜਾਣਾ ਪਿਆ, ਆਪਣੀ ਦੁੱਖ ਭਰੀ ਜ਼ਿੰਦਗੀ 'ਚ। ਗਲੂਮ ਸੀਮਡ ਮੋਰ ਨੈਚੁਰਲ ਟੂ ਇਟ ਦੈਨ ਸਨਸ਼ਾਈਨ। ਹੁਣ ਇੱਥੇ ਦੋ ਚੀਜ਼ਾਂ ਦੀ ਗੱਲ ਕਹੀ ਹੈ, ਇੱਕ ਤਾਂ ਗਲੂਮ ਹੈ, ਇੱਕ ਸਨਸ਼ਾਈਨ ਹੈ। ਜੇਕਰ ਆਪਾਂ ਗਲੂਮ ਨੂੰ ਦੇਖੀਏ ਤਾਂ ਇਹਦਾ ਗਲੂਮ ਦਾ ਮਤਲਬ ਹੁੰਦਾ ਵੈਸੇ ਅੰਧੇਰਾ, ਤੇ ਸਨਸ਼ਾਈਨ ਦਾ ਮਤਲਬ ਹੁੰਦਾ ਵੈਸੇ ਉਜਾਲਾ, ਹੈ ਨਾ। ਜਦੋਂ ਆਪਣੀ ਰੋਸ਼ਨੀ ਪੈਂਦੀ ਹੈ ਸੂਰਜ ਦੀ, ਉਸ ਨੂੰ ਆਪਾਂ ਸਨਸ਼ਾਈਨ, ਧੁੱਪ ਕਹਿੰਦੇ ਹਾਂ ਜਿਹਨੂੰ ਆਪਾਂ। ਤਾਂ ਇੱਥੇ ਲੇਕਿਨ ਗਲੂਮ ਤੇ ਸਨਸ਼ਾਈਨ ਦਾ ਮਤਲਬ ਥੋੜਾ ਜਿਹਾ ਡਿਫਰੈਂਟ ਹੈ। ਇੱਥੇ ਗਲੂਮ ਦਾ ਮਤਲਬ ਹੈ ਦੁੱਖ ਭਰੀ ਜ਼ਿੰਦਗੀ। ਕਹਿੰਦੇ ਦੁੱਖ ਭਰੀ ਜ਼ਿੰਦਗੀ ਉਹਨਾਂ ਲੋਕਾਂ ਦੀ ਉਹ ਨਜ਼ਰ ਜ਼ਿਆਦਾ ਨੈਚੁਰਲ ਆਉਂਦੀ ਹੈ, ਕਿਉਂਕਿ ਉਹਨਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਜ਼ਿਆਦਾ ਨੇ, ਸੁੱਖ ਦੇ ਪਲ ਤਾਂ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਘੱਟ ਆਉਂਦੇ ਨੇ। ਇਹੀ ਗੱਲ ਉਹ ਕਹਿ ਰਿਹਾ ਹੈ ਰਾਈਟਰ, ਕਿ ਜਿਹੜੀ ਉਹਨਾਂ ਦੀ ਦੁੱਖ ਭਰੀ ਜ਼ਿੰਦਗੀ ਹੈ ਉਹ ਸੁੱਖ ਭਰੇ ਪਲਾਂ ਨਾਲੋਂ ਜ਼ਿਆਦਾ ਸਾਨੂੰ ਕੁਦਰਤੀ ਦਿਖਦੀ ਹੈ, ਮੋਰ ਨੈਚੁਰਲ। ਦਿਸ ਵਾਜ਼ ਵਨ ਆਫ ਦਾ ਪੂਰੈਸਟ ਪਾਰਟਸ ਆਫ ਪੈਰਿਸ। ਇਹ ਤਾਂ ਬਾਰ-ਬਾਰ ਦੇਖੋ ਰਾਈਟਰ ਨੇ ਕਿਹਾ ਕਿ ਇਹ ਪੈਰਿਸ, ਉਸ ਪੈਰਿਸ ਸਿਟੀ ਦਾ ਵਨ ਆਫ ਦਾ ਪੂਰੈਸਟ ਪਾਰਟਸ, ਪੈਰਿਸ ਦਾ ਇੱਕ ਸਭ ਤੋਂ ਜ਼ਿਆਦਾ ਕਰੀਬ ਹਿੱਸਾ ਸੀ। ਹੰਗਰ ਸੀਮ ਟੂ ਬੀ ਰਿਟਨ ਔਨ ਦਾ ਫੇਸਿਸ ਆਫ ਐਵਰੀ ਮੈਨ, ਵੂਮਨ ਐਂਡ ਚਾਈਲਡ। ਹੰਗਰ, ਭੁੱਖ, ਹਰ ਇੱਕ ਫੇਸ, ਉਸ ਗਲੀ ਦੇ, ਉਸ ਮੁਹੱਲੇ ਦੇ ਹਰ ਇੱਕ ਆਦਮੀ, ਔਰਤ ਤੇ ਬੱਚੇ ਦੇ ਚਿਹਰੇ ਤੇ ਦੇਖੀ ਜਾ ਸਕਦੀ ਸੀ। ਕੈਨ ਬੀ ਰਿਟਨ, ਟੂ ਬੀ ਰਿਟਨ, ਸੀਮ ਟੂ ਬੀ ਰਿਟਨ, ਕਿ ਉਹਨਾਂ ਦੇ ਚਿਹਰੇ ਤੇ ਦੇਖੀ ਜਾ ਸਕਦੀ ਸੀ ਕਿ ਸਾਰੀ ਭੁੱਖ ਨੰਗ ਦਾ ਸ਼ਿਕਾਰ ਸੀਗੇ। The shops contained only bad meat and coarse leaves of bread। ਦੇਖੋ ਇੱਕ ਤਾਂ ਗਰੀਬੀ ਤੋਂ ਬਾਅਦ ਉਹਨਾਂ ਦੀ ਹਾਲਤ ਦੇਖੋ ਕੀ ਹੈ ਲੋਕਾਂ ਦੀ। ਕਹਿੰਦੇ ਜਿਹੜੀਆਂ ਉੱਥੇ ਸ਼ਾਪਸ ਸੀਗੀਆਂ, ਦੁਕਾਨਾਂ ਸੀ ਉਸ ਇਲਾਕੇ ਦੀਆਂ, ਉਹਨਾਂ ਦੇ ਵਿੱਚ ਸਿਰਫ ਬੈਡ ਮੀਟ ਮਿਲਦਾ ਸੀ, ਮਤਲਬ ਨੌਨ ਵੈਜ ਚੱਲਦਾ ਸੀ ਉੱਥੇ। ਤਾਂ ਜਿਹੜਾ ਮੀਟ ਦੀ ਕੁਆਲਿਟੀ ਸੀ ਬਹੁਤ ਹੀ ਘਟੀਆ ਸੀ, ਬੈਡ। ਅਤੇ ਕੁਆਰਸ ਲੋਵਸ ਆਫ ਬ੍ਰੈਡ, ਲੋਵਸ ਹੈ ਇਹ, ਤੇ ਬ੍ਰੈਡ ਦੇ ਜਿਹੜੇ ਬ੍ਰੈਡ ਦੇ ਰੋਟੀਆਂ ਜਿਹਨੂੰ ਕਿਹਾ ਜਾਂਦਾ ਹੈ, ਜਿਵੇਂ ਬ੍ਰੈਡ ਰੋਟੀ ਵਗੈਰਾ, ਡਬਲ ਰੋਟੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਬਹੁਤ ਹੀ ਜ਼ਿਆਦਾ ਕੁਆਰਸ, ਰੁੱਖੀ, ਕੋਈ ਤਾਜ਼ੀ ਨਹੀਂ, ਪਤਾ ਨਹੀਂ ਕਾਦੀ ਬਣੀ ਹੋਈ ਹੈ, ਤੇ ਉਹ ਚੀਜ਼ ਉੱਥੇ ਮਿਲਦੀ ਸੀ। There was nothing bright in the street except the shops that sold tools and weapons।
ਕਹਿੰਦੇ ਉਸ ਗਲੀ ਦੇ ਵਿੱਚ ਕੁਝ ਵੀ ਚੰਗਾ ਨਹੀਂ ਸੀ। देयर वाज नथिंग ब्राइट। ब्राइट ਦਾ ਮਤਲਬ ਕੁਝ ਵੀ ਇਹੋ ਜਿਹੀ ਚੀਜ਼ ਨਹੀਂ ਸੀ ਜਿਸ ਨੂੰ ਆਪਾਂ ਚੰਗਾ ਸਮਝੀਏ। ਸਿਰਫ ਇੱਕ ਚੀਜ਼ ਦੀ ਬਜਾਏ, ਐਕਸੈਪਟ ਦਾ ਮਤਲਬ ਬਜਾਏ, ਕਿਹੜੀ ਚੀਜ਼? ਦਾ ਸ਼ੌਪਸ, ਉਹ ਦੁਕਾਨਾਂ ਜਿਨ੍ਹਾਂ ਦੇ ਉੱਪਰ ਟੂਲਸ ਵਿਕਦੇ ਸੀ, ਸੰਦ, ਚੀਜ਼ ਮਤਲਬ ਕੰਮ ਕਰਨ ਵਾਲੇ ਸੰਦ ਹੈ ਨਾ, ਤੇ ਵੈਪਨਸ, ਤੇ ਉੱਥੇ ਹਥਿਆਰ ਵਿਕਦੇ ਸੀ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਿੱਥੇ ਚੱਜ ਦੀ ਰੋਟੀ ਨਹੀਂ ਮਿਲਦੀ, ਚੱਜ ਦੀ ਸਬਜ਼ੀ ਨਹੀਂ ਮਿਲ ਰਹੀ, ਉੱਥੇ ਚੱਜ ਦੇ ਹਥਿਆਰ ਜ਼ਰੂਰ ਮਿਲ ਰਹੇ ਨੇ। ਤਾਂ ਤੁਸੀਂ ਅੰਦਾਜ਼ਾ ਲਾਓ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ। ਤੁਹਾਨੂੰ ਮੈਂ ਦੱਸਿਆ ਨਾ ਕਿ ਫ੍ਰੈਂਚ ਰੈਵੋਲੂਸ਼ਨ ਦੇ ਬੈਕਡ੍ਰੌਪ ਦੇ ਵਿੱਚ ਇਹ ਨਾਵਲ ਲਿਖਿਆ ਗਿਆ, ਦਾ ਟੇਲ ਆਫ ਟੂ ਸਿਟੀਜ਼, ਚਾਰਲਸ ਡਿਕਨਸ ਦੁਆਰਾ। ਤਾਂ ਪੂਰਾ ਤਿਆਰ ਹੋ ਚੁੱਕਿਆ ਸੀ ਖਾਕਾ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਲੋਕਾਂ ਨੇ ਕ੍ਰਾਂਤੀ ਕਰਨੀ ਹੈ, ਬਿਕੋਜ਼ ਕਿੰਨੀ ਦੇਰ ਤੱਕ ਕੋਈ ਆਪਣੀ ਜਿਹੜੀ ਸ਼ੋਸ਼ਣ ਹੈ ਉਹ ਸਹੀ ਜਾਊਗਾ। ਤਾਂ ਫਿਰ ਉਸ ਤੋਂ ਬਾਅਦ ਕ੍ਰਾਂਤੀ ਹੋਈ। ਤਾਂ ਉੱਥੇ ਤਾਂ ਵੈਪਨਸ ਆਮ ਮਿਲਦੇ ਸੀ, ਹਥਿਆਰ ਆਮ ਮਿਲਦੇ ਸੀਗੇ। ਹਥਿਆਰ ਬਹੁਤ ਵਧੀਆ ਕੁਆਲਿਟੀ ਦੇ ਸੀ। ਦੇਖੋ, ਰੋਟੀ ਕੋਈ ਕੁਆਲਿਟੀ ਦੀ ਨਹੀਂ, ਮੀਟ ਕੋਈ ਕੁਆਲਿਟੀ ਦਾ ਨਹੀਂ, ਹਥਿਆਰ ਵਧੀਆ ਕੁਆਲਿਟੀ ਦੇ ਸੀ। ਦੋਜ਼ ਕੰਟੇਨਡ ਦੀ ਸ਼ਾਰਪੈਸਟ ਆਫ ਨਾਈਵਸ ਐਂਡ ਦਾ ਮੋਸਟ ਮਰਡਰਸ ਆਫ ਗਨਸ। ਹੁਣ ਉਹ ਜਿਹੜੇ ਵੈਪਨ ਸੀਗੇ ਜਾਂ ਟੂਲ ਸੀਗੇ, ਉਹਨਾਂ 'ਚ ਕੀ ਸੀਗਾ? ਉਹਨਾਂ ਦੇ ਵਿੱਚ ਕੀ ਸੀ? ਸਭ ਤੋਂ ਤਿੱਖੇ, ਦਾ ਸ਼ਾਰਪੈਸਟ। ਦਾ ਸ਼ਾਰਪੈਸਟ ਦਾ ਮਤਲਬ ਸਭ ਤੋਂ ਤਿੱਖੇ। ਦੇਖੋ, ਤੀਸਰੀ ਡਿਗਰੀ ਲੱਗੀ ਹੈ, ਸ਼ਾਰਪ, ਸ਼ਾਰਪਰ, ਸ਼ਾਰਪੈਸਟ, ਹੈ ਨਾ, ਤੇ ਉਸ ਦੇ ਅੱਗੇ ਹਮੇਸ਼ਾ ਕੀ ਲੱਗਦਾ ਹੁੰਦਾ ਹੈ? ਦਾ। ਇਹ ਆਰਟੀਕਲ ਲੱਗਦਾ ਹੈ, ਦਾ, ਠੀਕ ਹੈ, ਦਾ ਸ਼ਾਰਪੈਸਟ। ਤੇ ਜਿਹੜੇ ਚਾਕੂ ਮਿਲਦੇ ਸੀ ਉਹ ਸਭ ਤੋਂ ਜ਼ਿਆਦਾ ਤਿੱਖੇ ਸੀ, ਅਤੇ ਜਿਹੜੀਆਂ ਉੱਥੇ ਬੰਦੂਕਾਂ ਮਿਲਦੀਆਂ ਸੀ, ਮੋਸਟ ਮਰਡਰਸ, ਮਾਰੂ, ਕਤਲ ਕਰਨ ਵਾਲੀਆਂ, ਮੋਸਟ ਮਰਡਰਸ, ਠੀਕ ਹੈ। ਤੇ ਇਹ ਇਦਾਂ ਦੇ ਹਥਿਆਰ ਮਿਲਦੇ ਸੀਗੇ ਵੀ ਇੱਕ ਵਾਰੀ ਜੇ ਗੋਲੀ ਚੱਲ ਪਈ, ਬੰਦੂਕ ਚੋਂ ਬੰਦਾ ਬਚਦਾ ਨਹੀਂ ਸੀ। ਤੇ ਇਸੇ ਤਰ੍ਹਾਂ ਜੇ ਇੱਕ ਵਾਰੀ ਚਾਕੂ ਕਿਸ ਤੇ ਚੱਲ ਪਿਆ ਤਾਂ ਬੰਦਾ ਤਾਂ ਗਿਆ। ਇਹੋ ਜਿਹੇ ਮਾਰੂ ਹਥਿਆਰ ਸੀਗੇ। The bright weapons seem to be waiting for the time when they would be brought out to do dreadful work। ਹੁਣ ਇਹ ਜਿਹੜੇ ਬ੍ਰਾਈਟ ਵੈਪਨਸ, ਇਹ ਜਿਹੜੇ ਤਿੱਖੇ ਹਥਿਆਰ ਸੀਗੇ, ਮਾਰੂ ਹਥਿਆਰ ਸੀਗੇ, ਇਹ ਐਂ ਲੱਗਦਾ ਸੀ ਜਿਵੇਂ ਵੇਟ ਕਰ ਰਹੇ ਨੇ ਕਿ ਕੋਈ ਸਮਾਂ ਆਊਗਾ ਕਿ ਇਹਨਾਂ ਨੂੰ ਡਰੈਡਫੁਲ ਵਰਕ, ਮਤਲਬ ਖਤਰਨਾਕ ਕੰਮ ਕਰਨ ਦੇ ਲਈ ਲਿਆਂਦਾ ਜਾਏਗਾ ਮਾਰਕੀਟ 'ਚ, ਬਰੋਟ ਆਊਟ, ਬਾਹਰ ਲਿਆਂਦਾ ਜਾਏਗਾ ਇਹਨਾਂ ਹਥਿਆਰਾਂ ਨੂੰ। ਮਤਲਬ ਵੇਟ ਹੋ ਰਹੀ ਸੀ, ਬਸ ਹਥਿਆਰ ਪਏ ਸੀ ਦੁਕਾਨਾਂ ਤੇ, ਬਾਹਰ ਲਿਆਉਣ ਦੀ ਲੋੜ ਸੀ ਵੀ ਬਾਹਰ ਆਣਗੇ ਹਥਿਆਰ ਤੇ ਲੋਕਾਂ ਨੂੰ ਮਾਰਕੁੱਟ ਹੋਈ, ਲੋਕਾਂ ਦੀ ਮਾਰਕੁੱਟ ਹੋਏਗੀ, ਕਤਲੋਗਾਰਤ ਹੋਏਗੀ। ਤੇ ਹੋਈ 1789 ਦੇ ਵਿੱਚ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਲੱਖਾਂ ਲੋਕ ਬੇਟਾ ਮਰੇ ਨੇ। ਜੇ ਤੁਸੀਂ YouTube ਦੇ ਉੱਪਰ ਕਈ ਸਾਰੀਆਂ ਮੂਵੀਜ਼ ਪਈਆਂ ਨੇ ਫ੍ਰੈਂਚ ਰੈਵੋਲੂਸ਼ਨ ਤੇ, ਤੁਸੀਂ ਦੇਖ ਸਕਦੇ ਹੋ। ਤੇ ਕਈ ਸੀਰੀਜ਼ ਵੀ ਬਣੀਆਂ ਨੇ, ਉਹ ਵੀ ਦੇਖ ਸਕਦੇ ਹੋ। ਤੇ ਕਈਆਂ ਨੇ ਡਾਕੂਮੈਂਟਰੀਜ਼ ਬਣਾਈਆਂ ਨੇ, ਕਿੰਨੇ ਲੋਕ ਮਰੇ ਨੇ ਆਪਸ 'ਚ ਲੜ ਕੇ ਇਸ ਤਰੀਕੇ ਦੇ ਨਾਲ। ਤਾਂ ਇਹ ਸਾਰਾ ਕੁਝ ਹੋਇਆ ਜੀ। ਉਸ ਤੋਂ ਬਾਅਦ the cask of wine was being taken to the wine shop at the corner। ਹੁਣ ਦੱਸਿਆ ਗਿਆ ਕਿ ਜਿਹੜੀ ਉਹ ਵਾਈਨ ਵਾਲੀ ਜਿਹੜੀ ਕਾਸਕ ਸੀਗੀ, ਉਹ ਜਿਹੜਾ ਢੋਲ ਸੀ ਸ਼ਰਾਬ ਦਾ, ਰੈੱਡ ਵਾਈਨ ਦਾ, ਉਹ ਕਿੱਥੇ ਲੈ ਕੇ ਜਾਇਆ ਜਾ ਰਿਹਾ ਸੀ? ਉਹ ਜਿਹੜਾ ਕਾਸਕ ਆਫ ਵਾਈਨ ਸੀ, ਉਸ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਇੱਕ ਕਾਰਨਰ ਤੇ। ਵਾਈਨ ਸ਼ਾਪ ਸੀਗੀ, ਸ਼ਰਾਬ ਵਾਲੀ ਦੁਕਾਨ ਸੀਗੀ ਉਸ ਗਲੀ 'ਚ ਇੱਕ ਕਾਰਨਰ ਤੇ। The owner of the wine shop, Deforge, stood outside it। ਹੁਣ ਉਸ ਵਾਈਨ ਸ਼ਾਪ ਦਾ ਜਿਹੜਾ ਮਾਲਕ ਹੈ, ਉਹਦਾ ਨਾਮ ਹੈ ਡਿਫਾਰਜ, ਠੀਕ ਹੈ ਜੀ। ਉਹ ਬਾਹਰ ਖੜਾ ਹੈ, ਸਟੂਡ ਆਊਟਸਾਈਡ ਇਟ, ਆਪਣੀ ਦੁਕਾਨ, ਇੱਥੇ ਇਟ ਦਾ ਮਤਲਬ ਆਪਣੀ ਸ਼ਾਪ ਨੂੰ ਕਿਹਾ ਗਿਆ, ਵਾਈਨ ਸ਼ਾਪ ਨੂੰ ਕਿਹਾ ਗਿਆ, ਉਹਦੇ ਬਾਹਰ ਖੜਾ ਹੈ। ਹੀ ਵਾਜ਼ ਅ ਸਟਰੋਂਗਲੀ ਬਿਲਟ ਮੈਨ ਆਫ ਅਬਾਊਟ 30। ਹੁਣ ਉਹ ਇੱਕ ਵਧੀਆ ਕੱਦ ਕਾਠ ਵਾਲਾ, ਸਟਰੋਂਗਲੀ ਬਿਲਟ ਦਾ ਮਤਲਬ ਜਿਹਦਾ ਕੱਦ ਕਾਠ ਵਧੀਆ ਹੋਵੇ, ਲੰਬਾ ਉੱਚਾ ਹੋਵੇ, ਭਾਰੀ ਭਰਕਮ ਹੋਵੇ, ਵਧੀਆ ਸਰੀਰ ਹੋਵੇ, ਗਠੀਲਾ ਸਰੀਰ ਹੋਵੇ, ਉਹਨੂੰ ਆਪਾਂ ਕਹਿੰਦੇ ਹਾਂ। ਤੇ ਉਸਦੀ ਉਮਰ ਕਿੰਨੀ ਸੀ? 30 ਸਾਲ ਦੀ। Although it was a cold day, he wore no coat, but carried one slung over his shoulder। ਹਾਲਾਂਕਿ ਉਸ ਦਿਨ ਕੋਲਡ ਡੇ ਸੀ, ਮਤਲਬ ਉਸ ਦਿਨ ਠੰਡ ਸੀਗੀ, ਲੇਕਿਨ ਉਸਨੇ ਕੋਈ ਕੋਟ ਨਹੀਂ ਸੀ ਪਹਿਨਿਆ ਹੋਇਆ, ਵੀਅਰ ਵੋਰ ਵੋਨ ਕੋਟ, ਪਰ ਇਸਨੇ ਇੱਕ ਸਲੰਗ, ਤਾਂ ਉਸਨੇ ਆਪਣੇ ਸ਼ੋਲਡਰ ਦੇ ਉੱਪਰ ਉਹ ਪਾਈ ਹੋਈ ਸੀ, ਬਸ ਕੋਈ ਕੋਟ ਨਹੀਂ ਸੀ ਪਾਇਆ ਹੋਇਆ। His shirt sleeves were rolled up too and his brown arms were bare to the elbows। ਤਾਂ ਉਹਨੇ ਜਿਹੜੀ ਸ਼ਰਟ ਪਾਈ ਹੋਈ ਸੀ, ਉਸ ਨੂੰ ਉਸਨੇ ਸ਼ਰਟ ਉਹਦੀ ਪੂਰੀ ਬਾਹਾਂ ਦੀ ਸੀ, ਲੇਕਿਨ ਉਹਨੇ ਬਾਹਾਂ ਉਹਦੀਆਂ ਸ਼ਰਟ ਦੀਆਂ ਮੋੜ ਰੱਖੀਆਂ ਸੀ, ਰੋਲਡ ਅਪ ਤਾਂ ਜਿਵੇਂ ਆਪਾਂ ਬਾਹਾਂ ਮੋੜ ਕੇ ਉੱਪਰ ਨੂੰ ਚੜਾ ਲੈਂਦੇ ਹਾਂ, ਤਾਂ ਉਹਨੂੰ ਆਪਾਂ ਕਹਿੰਦੇ ਹਾਂ। ਉਹਦੀਆਂ ਸ਼ਰਟ ਦੀਆਂ ਸਲੀਵਸ ਜਿਹੜੀਆਂ ਬਾਜੂ ਸੀਗੀਆਂ ਉਹ ਮੁੜੀਆਂ ਹੋਈਆਂ ਸੀ, ਅਤੇ ਉਸ ਦੀਆਂ ਬਰਾਊਨ ਆਰਮਸ, ਨੀਚੋਂ ਉਹਦੀ ਚਮੜੀ ਦਿਖਿਆਈ ਤਾਂ ਬਰਾਊਨ ਕਲਰ ਦੀ ਚਮੜੀ ਹੈ, ਉਹ ਬੈਰ ਹੋ ਗਈ ਸੀ, ਨੰਗੀ ਹੋ ਗਈ ਸੀ, ਅਪ ਟੂ ਦਾ ਐਲਬੋਜ਼, ਕੂਣੀ ਤੱਕ, ਮਤਲਬ ਉਹਨੇ ਕੂਣੀ ਤੋਂ ਉੱਪਰ ਤੱਕ ਆਪਣੀਆਂ ਬਾਹਾਂ ਸ਼ਰਟ ਦੀਆਂ ਚੜਾਈਆਂ ਹੋਈਆਂ ਸੀ। Neither did he wear anything more on his head than his own short dark hair। ਉਸਨੇ ਆਪਣੇ ਹੈਡ ਦੇ ਉੱਪਰ ਕੋਈ ਵੀ ਚੀਜ਼
नहीं पाई हुई सी। नीदर डिड ही वीयर एनीथिंग मोर ऑन हिज हैड, मतलब ਉਹਨੇ ਕੋਈ ਕਿਸੇ ਤਰ੍ਹਾਂ ਦੀ ਕੈਪ ਨਹੀਂ ਸੀ ਲਈ ਹੋਈ। ਉਸਦੇ ਡਾਰਕ ਹੇਅਰ ਸੀਗੇ, ਮਤਲਬ ਉਹਦੇ ਜਿਹੜੇ ਵਾਲ ਬਹੁਤ ਹੀ ਕਾਲੇ ਸੀਗੇ, ਸ਼ਾਰਟ ਸੀਗੇ, ਛੋਟੇ ਸੀ ਲੇਕਿਨ ਕਾਲੇ ਸੀ। ਹੀ ਵਾਜ਼ ਅ ਡਾਰਕ ਮੈਨ ਵਿਦ ਬ੍ਰਾਈਟ ਆਈਜ਼, ਕਾਲੇ ਰੰਗ ਦਾ ਸੀਗਾ, ਡਾਰਕ ਮੈਨ ਕਾਲੇ ਰੰਗ ਦਾ ਸੀ ਤੇ ਉਹਦੀਆਂ ਅੱਖਾਂ ਬੜੀਆਂ ਬ੍ਰਾਈਟ ਸੀਗੀਆਂ, ਚਮਕੀਲੀਆਂ ਸੀ। His face was good natured on the whole, but it showed signs of strong determination and a complete absence of any kind of weakness. ਹੁਣ ਉਸਦਾ ਫੇਸ ਬਾਰੇ ਦੱਸਿਆ ਗਿਆ, ਕਹਿੰਦੇ ਉਹਦਾ ਜਿਹੜਾ ਫੇਸ ਸੀਗਾ ਓਵਰਆਲ ਅੱਛਾ ਸੀ, ਗੁੱਡ ਨੇਚਰਡ, ਉਹ ਤੋਂ ਪਤਾ ਲੱਗਦਾ ਸੀ ਕਿ ਚੰਗੇ ਸੁਭਾਅ ਦਾ ਬੰਦਾ ਹੈ। ਔਨ ਦਾ ਹੋਲ ਮਤਲਬ ਪੂਰੀ ਤਰ੍ਹਾਂ ਸਾਨੂੰ ਪੂਰਾ ਦੇਖ ਕੇ ਪਤਾ ਲੱਗਦਾ ਸੀ, ਇੱਕ ਵਾਰੀ ਚਿਹਰਾ ਦੇਖ ਕੇ, ਕਿ ਚੰਗੇ ਸੁਭਾਅ ਦਾ ਬੰਦਾ ਲੱਗਦਾ ਹੈ। ਲੇਕਿਨ ਉਸਦੇ ਚਿਹਰੇ ਦੇ ਉੱਪਰ ਸਟਰੋਂਗ ਸਾਈਨਸ ਮਤਲਬ ਮਜ਼ਬੂਤ ਇਰਾਦੇ ਵਾਲਾ ਲੱਗਦਾ ਸੀ। ਡਿਟਰਮੀਨੇਸ਼ਨ, ਸਟਰੋਂਗ ਡਿਟਰਮੀਨੇਸ਼ਨ, ਮਜ਼ਬੂਤ ਇਰਾਦੇ, ਡਿਟਰਮੀਨੇਸ਼ਨ ਦਾ ਮਤਲਬ ਇਰਾਦਾ, ਤਾਂ ਮਜ਼ਬੂਤ ਇਰਾਦੇ ਵਾਲਾ ਸ਼ੋ ਨਜ਼ਰ ਆਉਂਦਾ ਸੀਗਾ ਉਹ। ਅਤੇ ਉਸਦੇ ਕਿਸੇ ਤਰ੍ਹਾਂ ਦੇ ਚਿਹਰੇ ਤੇ ਕੋਈ ਵੀਕਨੈਸ ਨਜ਼ਰ ਨਹੀਂ ਸੀ ਆਉਂਦੀ, ਕੋਈ ਕਮਜ਼ੋਰੀ ਨਜ਼ਰ ਨਹੀਂ ਸੀ ਆਉਂਦੀ। ਕੰਪਲੀਟ ਐਬਸੈਂਸ, ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਉਸਦੇ ਚਿਹਰੇ ਤੇ ਨਜ਼ਰ ਨਹੀਂ ਸੀ ਆਉਂਦੀ। ਤਾਂ ਇਹਦਾ ਇੱਕ ਕੁਐਸਚਨ ਵੀ ਬਣਦਾ ਹੈ ਜੀ, ਸ਼ਾਰਟ ਆਨਸਰ ਟਾਈਪ ਕੁਐਸਚਨ, ਉਹ ਵੀ ਆਪਾਂ ਦੇਖ ਲੈਂਦੇ ਹਾਂ। ਪੰਜਵਾਂ ਬੜਾ ਇੰਪੋਰਟੈਂਟ ਹੈ ਵੀ, ਕਹਿੰਦੇ ਹੂ ਵਾਜ਼ ਦੀ ਓਨਰ ਆਫ ਦਾ ਵਾਈਨ ਸ਼ਾਪ, ਵਾਈਨ ਸ਼ਾਪ ਦਾ ਮਾਲਕ, ਓਨਰ ਦਾ ਮਤਲਬ ਕੀ ਹੁੰਦਾ ਹੈ, ਮਾਲਕ, ਮਾਲਕ ਕੌਣ ਸੀ, ਸਿਰਫ ਨਾਮ ਪੁੱਛਿਆ ਗਿਆ ਤਾਂ ਕੌਣ ਸੀਗਾ ਜੀ, ਅਸੀਂ ਹੁਣੀ ਪੜ੍ਹਿਆ ਡਿਫਾਰਜ। ਤਾਂ ਆਨਸਰ ਸਿੰਪਲ ਲਿਖ ਸਕਦੇ ਹਾਂ ਆਪਾਂ। ਕੈਨ ਯੂ ਡਿਸਕ੍ਰਾਈਬ ਹਿਮ ਇਨ ਅ ਫਿਊ ਸੈਂਟੈਂਸਿਸ, ਕੀ ਤੁਸੀਂ ਉਸ ਨੂੰ ਕੁਝ ਵਾਕਾਂ ਦੇ ਵਿੱਚ ਵਰਣਨ ਕਰ ਸਕਦੇ ਹੋ? ਤਾਂ ਬਿਲਕੁਲ ਕਰ ਸਕਦੇ ਹਾਂ ਜੀ। ਆ ਜਿਹੜੇ ਆਪਾਂ ਲਾਈਨਸ ਲਿਖੀਆਂ ਨੇ, ਤੁਸੀਂ ਇਹਨਾਂ ਚੋਂ 2-3 ਲਾਈਨਸ ਪਾ ਦਿਓ ਜਿਹੜੀਆਂ ਤੁਹਾਨੂੰ ਠੀਕ ਲੱਗਦੀਆਂ ਨੇ। ਤਾਂ ਇੱਥੋਂ ਚੱਕ ਲਓ ਜੀ। The owner of the wine shop Defarge stood outside it, ठीक है। He was a strong built man of about 30। ਆ ਵਾਲੀ ਲਾਈਨ ਲਿਖ ਲਓ। ਤੇ ਇੱਕ ਲਾਈਨ ਤੁਸੀਂ ਲਿਖ ਸਕਦੇ ਹੋ, he was a dark man with bright eyes। ਆ 2-3 ਲਾਈਨਾਂ ਲਿਖ ਲਓ, 3 ਲਾਈਨਾਂ ਲਿਖ ਲਓ, ਕਿਉਂਕਿ 2 ਨੰਬਰ ਦਾ ਕੁਐਸਚਨ ਹੈ, 2-3 ਲਾਈਨਸ ਬਹੁਤ ਹੈ ਆਨਸਰ ਚ, ਠੀਕ ਹੈ ਜੀ। ਤੇ ਇਸ ਤਰੀਕੇ ਦੇ ਨਾਲ ਆਪਾਂ ਇਹਦਾ ਆਨਸਰ ਇਹ ਬਣਾ ਸਕਦੇ ਹਾਂ। ਅੱਜ ਆਪਾਂ ਇਹਨੂੰ ਕੰਪਲੀਟ ਕਰਦੇ ਹਾਂ ਜੀ, ਕਿ Defarge stood looking at the struggle for the wine for some time। ਹੁਣ ਡਿਫਾਰਜ ਦੀ ਐਕਚੁਅਲੀ ਉਹਦੀ ਵਾਈਨ ਸ਼ਾਪ ਹੈ, ਉਹ ਜਿਹੜਾ ਵਾਈਨ ਦਾ ਕਾਸਕ ਸੀਗਾ, ਜਿਹੜਾ ਢੋਲ ਆ ਰਿਹਾ ਸੀ, ਉਹਦੀ ਦੁਕਾਨ 'ਚ ਆ ਰਿਹਾ ਸੀ। ਕਿਤੋਂ ਆ ਰਿਹਾ ਹੋਣਾ, ਉਹਨੇ ਖਰੀਦਿਆ ਹੋਣਾ ਆਪਣੀ ਵਾਈਨ ਸ਼ਾਪ ਦੇ ਲਈ, ਲੇਕਿਨ ਰਸਤੇ 'ਚ ਟੁੱਟ ਗਿਆ ਤੇ ਉਹਨੂੰ ਦੀ ਸਾਰੀ ਵਾਈਨ ਬਿਖਰ ਗਈ ਸਟਰੀਟ ਦੇ ਵਿੱਚ। ਹੁਣ ਉਹ ਖੜਾ ਦੇਖ ਰਿਹਾ ਆਪਣੀ ਦੁਕਾਨ ਦੇ ਬਾਹਰ। ਐਟ ਦਾ ਸਟਰਗਲ ਕਿਹੜੀ, ਉਹ ਜਿਹੜੀ ਲੋਕਾਂ ਦੀ ਪਈ ਹੋਈ ਹੈ, ਉੱਥੇ ਭੀੜ ਮੱਚੀ ਪਈ ਹੋਈ ਹੈ, ਲੋਕ ਪੀ ਰਹੇ ਸੀਗੇ ਆਪਣੇ ਤਰ੍ਹਾਂ ਦੇ ਮੈਥਡ ਦੇ ਨਾਲ। ਉਹਨੂੰ ਦੇਖ ਰਿਹਾ, ਉਹ ਵਾਈਨ ਵੱਲ ਦੇਖ ਰਿਹਾ ਕੁਝ ਸਮੇਂ ਤੱਕ ਦੇਖਦਾ ਰਿਹਾ। ਫਿਰ ਉਹਨੇ ਕਿਹਾ ਇਟਸ ਨੋਟ ਮਾਈ ਅਫੇਅਰ, ਕਹਿੰਦੇ ਇਹ ਮੇਰਾ ਮਾਮਲਾ ਨਹੀਂ ਹੈਗਾ, ਮੇਰਾ ਕੰਮ ਨਹੀਂ ਹੈਗਾ ਇਹ, ਮੈਂ ਕੀ ਦੇਖ ਰਿਹਾ, ਇਟਸ ਨੋਟ ਮਾਈ ਅਫੇਅਰ। ਲੋਕੀ ਕਰ ਰਹੇ ਨੇ, ਪੀ ਜਾਣ। ਸੈਡ ਹੀ ਉਸਨੇ ਕਿਹਾ ਵਿਦ ਅ ਫਾਈਨਲ ਸ਼ਰਗ ਆਫ ਦਾ ਸ਼ੋਲਡਰਸ। ਜਦ ਆਪਾਂ ਮੋਢੇ 'ਚ ਨਹੀਂ ਮਾਰਦੇ, ਆਪਾਂ ਨੂੰ ਕੋਈ ਚੀਜ਼ ਵਧੀਆ ਨਹੀਂ ਲੱਗਦੀ, ਆਪਾਂ ਮੋਢੇ 'ਚ ਮਾਰ ਦਿੰਦੇ ਹਾਂ ਕਿ ਮੇਰਾ ਕੰਮ ਨਹੀਂ ਹੈਗਾ, ਮੋਢੇ 'ਚ ਮਾਰ ਕੇ ਕਹੀਏ। ਤਾਂ ਫਾਈਨਲ ਸ਼ਰਗ ਆਫ ਦਾ ਸ਼ੋਲਡਰਸ ਮੋਢੇ ਨੂੰ ਕਿਹਾ, ਮੋਢੇ ਮਾਰਨਾ, ਮੋਢੇ ਮਾਰ ਕੇ ਜੇ ਕਿਹਾ ਯਾਰ ਮੇਰਾ ਕੰਮ ਨਹੀਂ, ਮੈਂ ਇਹਨਾਂ ਨੂੰ ਦੇਖਾਂ। ਦਾ ਪੀਪਲ ਫਰੋਮ ਦਾ ਮਾਰਕੀਟ ਡਿਡ ਇਟ, ਲੈਟ ਦੈਮ ਬ੍ਰਿੰਗ ਅਨਦਰ। ਤਾਂ ਹੁਣ ਇਹ ਜਿਹੜੇ ਲੈ ਕੇ ਆ ਰਹੇ ਸੀ ਢੋਲ ਮੇਰੀ ਵਾਈਨ ਦਾ, ਮੇਰੀ ਦੁਕਾਨ 'ਚ ਲੈ ਕੇ ਆ ਰਹੇ ਸੀ, ਇਹ ਮਾਰਕੀਟ 'ਚੋਂ ਲੋਕਾਂ ਨੇ ਇਹ ਕੰਮ ਕਰਿਆ। ਡਿਡ ਇਟ ਦਾ ਮਤਲਬ ਉਹਨਾਂ ਨੇ ਗਿਰਾਈ ਹੈ, ਤੇ ਲੈਟ ਦੈਮ ਬ੍ਰਿੰਗ ਅਨਦਰ, ਹੁਣ ਕੋਈ ਹੋਰ ਲੈ ਕੇ ਆਉਣਗੇ। ਉਹਨਾਂ ਨੇ ਤੋੜੀ ਹੈ, ਮੇਰਾ ਤਾਂ ਕੋਈ ਹੈ ਨਹੀਂ, ਤਾਂ ਮੈਨੇ ਤਾਂ ਪੈਸੇ ਸ਼ਾਇਦ, ਇੱਥੋਂ ਤਾਂ ਇਹ ਗੱਲ ਦਾ ਪਤਾ ਲੱਗਦਾ ਨਾ ਕਿ ਉਸਨੇ ਪੈਸੇ ਪੇ ਕੀਤੇ ਹੋਣਗੇ ਉਸ ਵਾਈਨ ਦੇ ਢੋਲ ਲਈ, ਕਾਸਕ ਲਈ। ਤੇ ਹੁਣ ਉਹ ਕਹਿ ਰਿਹਾ ਹੈ ਕਿ ਇਹਨਾਂ ਨੇ ਤੋੜੀ ਆ, ਹੋਰ ਕੋਈ ਲੈ ਕੇ ਆਣਗੇ, ਆਪਣੇ ਆਪ ਲੈ ਕੇ। ਲੈਟ ਦੈਮ ਬ੍ਰਿੰਗ ਅਨਦਰ, ਦੂਜੀ ਲਿਆਣਗੇ। ਦੈਨ ਹੀ ਸੋ ਦਾ ਟਾਲ ਮੈਨ ਹੂ ਹੈਡ ਰਿਟਨ ਦਾ ਟੈਰੀਬਲ ਵਰਡ ਔਨ ਦਾ ਵਾਲ। ਜਦੋਂ ਉਹ ਇਹ ਗੱਲਾਂ ਆਪਸ 'ਚ ਕਰ ਰਿਹਾ ਸੀ, ਆਪਣੇ ਆਪ 'ਚ ਕਰ ਰਿਹਾ ਸੀ, ਤਾਂ ਉਸਨੇ ਉਹੀ ਟਾਲ ਮੈਨ ਨੂੰ ਦੇਖਿਆ। ਉਹੀ ਟਾਲ ਮੈਨ, ਕਿਹੜਾ ਟਾਲ ਮੈਨ, ਜੋ ਕਿ ਪਹਿਲਾਂ ਆਇਆ ਸੀ, ਜਿਸਨੇ ਕਿ ਬਲੱਡ ਲਿਖਿਆ ਸੀਗਾ, ਲੰਬੇ ਆਦਮੀ ਨੇ, ਉਸ ਵਾਲ ਦੇ ਉੱਪਰ। ਫਿਰ ਉਸਨੇ ਉਹ ਟਾਲ ਮੈਨ ਨੂੰ ਦੇਖਿਆ ਜਿਸਨੇ ਕਿ ਇੱਕ ਬਹੁਤ ਹੀ ਖਤਰਨਾਕ ਵਰਡ, ਟੈਰੀਬਲ ਵਰਡ, ਬਹੁਤ ਹੀ ਖਤਰਨਾਕ ਵਰਡ ਵਾਲ ਤੇ ਲਿਖਿਆ ਸੀ। ਹੀ ਕਾਲ ਟੂ ਹਿਮ, ਉਸਨੇ ਉਸਨੂੰ ਕਿਹਾ ਸੇ ਗੈਸਪਰਡ ਆਰ ਯੂ ਮੈਡ। ਤਾਂ ਹੁਣ ਪਤਾ ਲੱਗਦਾ ਹੈ ਕਿ ਜਿਹੜਾ ਟਾਲ ਮੈਨ ਦਾ ਨਾਮ ਕੀ ਹੈ, ਗੈਸਪਰਡ ਹੈ, ਠੀਕ ਹੈ ਜੀ। ਤਾਂ ਇਹ ਪੇਪਰ 'ਚ ਆ ਜਾਂਦਾ ਕੁਐਸਚਨ ਕਿ ਹੂ ਵਾਜ਼ ਦ ਟਾਲ ਮੈਨ ਹੂ ਰੋਟ ਦਾ 5 ਲੈਟਰਸ ਔਨ ਦਾ ਵਾਲ। ਵਾਲ ਦੇ ਉੱਪਰ ਉਹ ਜਿਹੜੇ ਲੈਟਰਸ ਲਿਖੇ ਸੀ, ਉਹਦਾ ਨਾਮ ਕੀ ਸੀ? ਤਾਂ ਗੈਸਪਰਡ, ਠੀਕ ਹੈ, GASPRD। ਆਰ ਯੂ ਮੈਡ, ਕਹਿੰਦੇ ਤੂੰ ਪਾਗਲ ਹੋ ਗਿਆ, ਆਗੇ ਲਿਖੀ ਜਾਂਦਾ। ਵਾਈ ਡੂ ਯੂ ਰਾਈਟ ਇਨ ਦਾ ਪਬਲਿਕ ਸਟਰੀਟ, ਕਹਿੰਦੇ ਜਿਹੜੀ ਤਾਂ ਲੋਕਾਂ ਦੀ ਆਉਣ ਜਾਣ ਵਾਲੀ ਗਲੀ ਹੈ, ਪਬਲਿਕ ਸਟਰੀਟ ਹੈ, ਤੂੰ ਇਹ ਕੀ ਲਿਖੀ ਜਾ ਰਹੇ ਹੈ? ਵਾਈ, ਕਿਉਂ ਲਿਖ ਰਹੇ ਹੈ? ਆਰ ਦੇਅਰ ਨੋ ਬੈਟਰ ਪਲੇਸਿਸ ਟੂ ਰਾਈਟ ਸੱਚ ਵਰਡਸ ਇਨ, ਕਹਿੰਦੇ ਕੋਈ ਹੋਰ ਜਗ੍ਹਾ ਨਹੀਂ ਤੈਨੂੰ ਮਿਲੀ? ਆਰ ਦੇਅਰ ਨੋ ਬੈਟਰ ਪਲੇਸਿਸ, ਨੋ ਬੈਟਰ, ਇਸ ਤੋਂ ਕੋਈ ਹੋਰ ਚੱਜ ਦੀ ਜਗ੍ਹਾ ਨਹੀਂ ਮਿਲੀ ਤੈਨੂੰ ਟੂ ਰਾਈਟ ਸੱਚ ਵਰਡਸ ਇਨ, ਇਹ ਵਰਡਸ ਲਿਖਣ ਦੇ ਲਈ, ਤੂੰ ਇੱਥੇ ਲਿਖਣ ਲੱਗਿਆ। ਚਲੋ ਫਿਰ ਉਹਨੇ ਕੀ ਕੀਤਾ? ਹੀ ਪਿਕਡ ਅਪ ਅ ਹੈਂਡਫੁਲ ਆਫ ਮਡ। ਹੀ ਦਾ ਮਤਲਬ ਉਸੇ ਨੂੰ ਹੀ ਕਿਹਾ ਗਿਆ
ਡਿਫਾਰਜ ਨੂੰ ਕਿਹਾ ਗਿਆ ਓਨਰ ਆਫ ਦਾ ਵਾਈਨ ਸ਼ਾਪ ਨੂੰ। ਤਾਂ ਉਸਨੇ ਇੱਕ ਚਿੱਕੜ ਚੋਂ ਹੈਂਡਫੁਲ ਜਿਵੇਂ ਜਿੰਨੀ ਹੈਂਡਫੁਲ ਦਾ ਮਤਲਬ ਜਿੰਨੀ ਹਥੇਲੀ 'ਚ ਜਿੰਨੀ ਇੱਕ ਹੱਥ 'ਚ ਆ ਸਕਦੀ ਹੈ ਚਿੱਕੜ ਉਹਨੇ ਚੱਕਿਆ, ਪਿਕਡ ਅਪ ਐਂਡ ਸਮੀਅਰਡ ਇਟ ਓਵਰ ਦਾ ਵਰਡ, ਅਤੇ ਵਰਡ ਦੇ ਉੱਪਰ ਲੇਪ ਲਗਾਤਾ। ਮਤਲਬ ਕਿ ਸਪੋਜ਼ ਕਰੋ ਬਲੱਡ ਐਵੇਂ ਲਿਖਿਆ ਸੀਗਾ ਨਾ ਉਸਨੇ, ਗਸਪਰਡ ਨੇ, ਤਾਂ ਇਹਨੇ ਕੀ ਕੀਤਾ, ਇਸ ਨੇ ਚਿੱਕੜ ਚੱਕ ਕੇ ਇਸ ਤਰ੍ਹਾਂ ਐਵੇਂ ਲਗਾਤਾ ਉਹਦੇ ਤੇ ਚਿੱਕੜ, ਤਾਂ ਕਿ ਉਹ ਨਾ ਦਿਖੇ, ਇਸ ਤਰ੍ਹਾਂ ਲਗਾਤਾ। ਤਾਂ ਇਸ ਤਰੀਕੇ ਦੇ ਨਾਲ ਇਹ ਸਾਡੀ ਜਿਹੜੀ ਸਟੋਰੀ ਹੈ ਖਤਮ ਹੁੰਦੀ ਹੈ, ਰਿਟਨ ਬਾਏ ਚਾਰਲਸ ਡਿਕਨਸ। ਹੁਣ ਇੱਥੇ ਵੀ ਆ ਜਿਹੜਾ ਲਾਸਟ ਪੈਰਾ ਨਾ, ਇੱਥੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀ ਵਤਾਰਾ ਹੋਇਆ ਬਾਅਦ 'ਚ, ਫਰੈਂਚ ਰੈਵੋਲਿਊਸ਼ਨ ਹੋਈ, ਫਰਾਂਸੀਸੀ ਕ੍ਰਾਂਤੀ ਆਈ, ਤੇ ਉਹਦੇ ਵਿੱਚ ਵੀ ਜਦੋਂ ਬਲੱਡ ਇੰਨਾ ਡੁੱਲਿਆ ਤਾਂ ਲੋਕਾਂ ਨੇ ਉਸ ਬਲੱਡ ਦੇ ਉੱਪਰ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਇਸ ਨੇ ਮੱਡ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਨਾ ਬਲੱਡ ਲਿਖੇ ਹੋਏ ਤੇ, ਕਿਉਂਕਿ ਇੰਨੇ ਜ਼ਿਆਦਾ ਬੰਦੇ ਮਰੇ ਫਰਾਂਸੀਸੀ ਕ੍ਰਾਂਤੀ 'ਚ 1799 ਵਾਲੀ 'ਚ, ਕਿ ਕਈ ਬੰਦੇ ਵਿਚਾਰੇ ਬੇਕਸੂਰ ਬੰਦੇ ਮਰ ਗਏ। ਜ਼ਿਆਦਾਤਰ ਤਾਂ ਬੇਕਸੂਰ ਬੰਦੇ ਮਰੇ ਨੇ, ਗਰੀਬ ਲੋਕ ਮਰੇ ਵਿਚਾਰੇ, ਬਹੁਤ ਹੀ ਜਿਹੜੇ ਕਿ ਜਿਨ੍ਹਾਂ ਦੀ ਹਾਲਤ ਬੜੀ ਤਰਸਯੋਗ ਸੀ, ਉਹ ਬੰਦੇ ਮਰੇ। ਤੇ ਉਹਨਾਂ ਬੰਦਿਆਂ ਦੀ ਡੈਥ ਨੂੰ ਜਸਟੀਫਾਈ ਕਰਨ ਦੇ ਲਈ ਕਿ ਹਾਂ ਇਹ ਸਹੀ ਮਰੇ ਨੇ, ਤਾਂ ਲੋਕਾਂ ਨੇ ਬੜੇ ਹੀ ਗਲਤ ਝੂਠੇ ਤਰੀਕੇ ਦੇ ਨਾਲ ਉਸਨੂੰ ਉਹਦੇ ਉੱਪਰ ਮਿੱਟੀ ਪੁੱਟਣ ਦੀ ਕੋਸ਼ਿਸ਼ ਕੀਤੀ, ਵੀ ਐ ਤਾਂ ਹੋਇਆ ਹੀ ਨਹੀਂ ਜੀ, ਇਹੋ ਜਿਹੀਆਂ ਗੱਲਾਂ ਹੋਈਆਂ। ਤਾਂ ਇਹ ਪੂਰੀ ਜਿਹੜੀ ਸਟੋਰੀ ਹੈ ਨਾ, ਇਹ ਇਸੇ ਬੇਸ ਤੇ ਬਣੀ ਹੈ। ਹਾਲਾਂਕਿ ਦੇਖੋ ਛੋਟਾ ਜਿਹਾ ਇੰਸੀਡੈਂਟ ਹੈ, ਇੱਕ ਢੋਲ ਗਿਰਦਾ ਸ਼ਰਾਬ ਦਾ, ਤੇ ਲੋਕ ਪੀਂਦੇ ਨੇ ਆ ਕੇ ਗਿਰੀ ਹੋਈ ਸ਼ਰਾਬ ਨੂੰ, ਤਾਂ ਇੱਕ ਬੰਦਾ ਬਲੱਡ ਲਿਖਦਾ ਹੈ, ਦੂਸਰਾ ਬੰਦਾ ਉਸ ਬਲੱਡ ਦੇ ਉੱਪਰ ਮਿੱਟੀ ਫੇਰ ਦਿੰਦਾ ਹੈ, ਤਾਂ ਗੱਲ ਤਾਂ ਕੁਛ ਵੀ ਨਹੀਂ ਹੈਗੀ, ਕਹਾਣੀ ਕੁਛ ਵੀ ਨਹੀਂ। ਲੇਕਿਨ ਇਸ ਕਹਾਣੀ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿਗਨੀਫਿਕੈਂਸ, ਜੋ ਸਾਨੂੰ ਕੁਐਸਚਨ ਵੀ ਪੁੱਛਿਆ ਗਿਆ ਸੀ, ਉਹ ਬੜੇ ਮਤਲਬ ਸਾਨੂੰ ਨਜ਼ਰ ਆਉਂਦੇ ਨੇ। ਤਾਂ ਹੋਰ ਦੇਖ ਲੈਂਦੇ ਹਾਂ ਕੁਐਸਚਨ ਕੋਈ ਹੋਰ ਬਣਦਾ ਹੈ ਜੀ। ਹਾਂਜੀ, 6th ਕੁਐਸਚਨ ਬਣਦਾ ਹੈ ਕਿ ਵਾਟ ਡਿਡ ਦਾ ਓਨਰ ਡੂ ਵਿਦ ਦਾ ਰਾਈਟਿੰਗ ਔਨ ਦਾ ਵਾਲ। ਤਾਂ ਓਨਰ ਕੌਣ ਹੈ, ਉਹੀ ਡਿਫਾਰਜ ਹੈ। ਉਸਨੇ ਵਾਲ ਦੇ ਉੱਪਰ ਜਿਹੜੀ ਰਾਈਟਿੰਗ ਲਿਖੀ ਗਈ ਸੀ, ਜੋ ਬਲੱਡ ਲਿਖਿਆ ਗਿਆ ਸੀ, ਉਹਦੇ ਨਾਲ ਉਸਨੇ ਵਟ ਕੀ ਕੀਤਾ। ਤਾਂ ਕੀ ਕੀਤਾ ਜੀ, ਲਾਸਟ ਲਾਈਨ ਬਿਲਕੁਲ ਜਿਹੜੀ ਸਾਡੀ ਚੈਪਟਰ ਦੀ ਲਾਸਟ ਲਾਈਨ ਹੈ ਕਿ ਹੀ ਪਿਕਡ ਅਪ ਅ ਹੈਂਡਫੁਲ ਆਫ ਮਡ ਐਂਡ ਸਮੀਅਰਡ ਇਟ ਓਵਰ ਦਾ ਵਰਡ। ਬਸ ਆਹ ਲਾਈਨ ਹੈ ਜੀ, ਕਿ ਉਸਨੇ ਇੱਕ ਚਿੱਕੜ ਜਿੰਨੀ ਕੁ ਉਹਦੀ ਹਥੇਲੀ 'ਚ ਆ ਸਕਿਆ ਚੱਕਿਆ, ਤੇ ਉਸਨੇ ਵਰਡ ਦੇ ਉੱਪਰ ਉਸਨੂੰ ਸਮੀਅਰ ਕਰਤਾ, ਉਹਦੇ ਉੱਪਰ ਲਗਾਤਾ, ਲੇਪ ਲਗਾਤਾ। ਉਮੀਦ ਹੈ ਜੀ ਕਿ ਤੁਹਾਨੂੰ ਇਹ ਸਾਰਾ ਚੈਪਟਰ ਸਮਝ ਆ ਗਿਆ ਹੋਵੇਗਾ।